ਹੈਲੋ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ 24 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਜਿੰਨੇ ਵੀ ਰਿਲੇਟਡ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਕਰੰਟ ਅਫੇਅਰਸ ਦੇ 23 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਫੈਕਟ ਹੈ, ਹੂ ਹੈਜ਼ ਬੀਨ ਅਪੁਆਇੰਟਡ ਐਜ਼ ਦੀ AHF ਐਥਲੀਟ ਐਂਬੈਸਡਰ। AHF ਦਾ ਕੀ ਮਤਲਬ ਹੈ? ਏਸ਼ੀਅਨ ਹਾਕੀ ਫੈਡਰੇਸ਼ਨ। ਠੀਕ ਹੈ ਜੀ, ਏਸ਼ੀਅਨ ਹਾਕੀ ਫੈਡਰੇਸ਼ਨ ਦੇ ਜਿਹੜੇ ਐਥਲੀਟ ਐਂਬੈਸਡਰ ਚੁਣੇ ਗਏ ਨੇ, ਉਹਨਾਂ ਦਾ ਨਾਮ ਤੁਹਾਨੂੰ ਪੁੱਛਿਆ ਜਾ ਸਕਦਾ। 2023 ਦਾ ਇਹ ਰੀਸੈਂਟਲੀ ਜਿਹੜਾ ਉਹ ਸਵਾਲ ਆਪਣਾ ਉਹ ਬਣ ਜਾਂਦਾ। ਠੀਕ ਹੈ ਜੀ, ਤਾਂ 2023 ਦੀ ਇਹ ਗੱਲ ਹੈ। ਤਾਂ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਐਥਲੀਟ ਐਂਬੈਸਡਰ ਚੁਣੇ ਗਏ ਨੇ, ਤਾਂ ਉਹਨਾਂ ਦਾ ਨਾਮ ਹੈ ਸਾਲਿਮਾ ਟੇਟੇ। ਠੀਕ ਹੈ ਜੀ, ਸਾਲਿਮਾ ਟੇਟੇ ਇਹਨਾਂ ਦਾ ਨਾਮ ਹੈ। ਤਾਂ AHF ਯਾਨੀ ਕਿ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਐਥਲੀਟ ਐਂਬੈਸਡਰ ਦੇ ਵਜੋਂ ਇਹਨਾਂ ਨੂੰ ਚੁਣਿਆ ਗਿਆ, ਸਾਲਿਮਾ ਟੇਟੇ ਨੂੰ। ਠੀਕ ਹੈ ਜੀ, ਤੁਹਾਨੂੰ ਪੁੱਛਿਆ ਜਾਊਗਾ ਤਾਂ ਇਹ ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਇੰਡੀਆਜ਼ ਏਮ ਟੂ ਬਿਕਮ ਗਲੋਬਲ ਹੱਬ ਫॉर ਗ੍ਰੀਨ ਸ਼ਿਪ ਬਿਲਡਿੰਗ ਬਾਈ ਵਿਚ ਈਅਰ। ਇੰਡੀਆ ਦਾ ਆਪਣਾ ਇੱਕ ਟੀਚਾ ਹੈ, ਠੀਕ ਹੈ ਜੀ, ਕਿ ਉਹਨੇ ਗਲੋਬਲ ਹੱਬ ਬਣਨਾ, ਮਤਲਬ ਪੂਰੇ ਵਿਸ਼ਵ ਦੀ ਇੱਕ ਹੱਬ ਬਣਨਾ ਗ੍ਰੀਨ ਸ਼ਿਪ ਬਿਲਡਿੰਗ ਦੀ। ਤਾਂ ਇਹਨਾਂ ਨੇ ਇੱਕ ਟਾਰਗੇਟ ਰੱਖਿਆ ਆਪਣਾ। ਤਾਂ ਕਦੋਂ ਤੱਕ ਇਹਨਾਂ ਨੇ ਆਪਣਾ ਟਾਰਗੇਟ ਰੱਖਿਆ? ਤਾਂ ਇਹ ਰੱਖਿਆ 2030 ਤੱਕ। ਠੀਕ ਹੈ ਜੀ, ਕਿ 2030 ਤੱਕ ਹੈ ਜਿਹੜੀ ਇੰਡੀਆ ਹੈ ਉਹ ਪੂਰੀ ਗਲੋਬਲ ਮਤਲਬ ਪੂਰੇ ਵਿਸ਼ਵ ਦਾ ਇੱਕ ਗਲੋਬਲ ਹੱਬ ਬਣ ਜੂ ਗ੍ਰੀਨ ਸ਼ਿਪ ਬਿਲਡਿੰਗ ਦਾ। ਤਾਂ 2030 ਤੱਕ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ। ਤਾਂ ਇਹੋ ਜਿਹੇ ਸਵਾਲ ਬਹੁਤ ਪੁੱਛੇ ਜਾਂਦੇ ਨੇ ਕਿ ਕਦੋਂ ਤੱਕ ਮਤਲਬ ਇਹਨਾਂ ਨੇ ਆਪਣਾ ਟਾਰਗੇਟ ਰੱਖਿਆ, ਇੰਡੀਆ ਨੇ ਰੱਖਿਆ। ਠੀਕ ਹੈ ਜੀ, ਤਾਂ ਇਹੋ ਜਿਹੇ ਸਵਾਲ ਆਪਾਂ ਨੂੰ ਕਰੰਟ ਅਫੇਅਰਸ ਦੇ ਵਿੱਚ ਅਕਸਰ ਹੀ ਪੁੱਛੇ ਜਾਂਦੇ ਨੇ। ਤਾਂ 2030 ਤੱਕ ਇਹਨਾਂ ਨੇ ਆਪਣਾ ਟਾਰਗੇਟ ਰੱਖਿਆ ਇੰਡੀਆ ਨੇ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਹੈਜ਼ ਵਨ ਏਸ਼ੀਅਨ ਬਿਲੀਅਰਡਸ ਟਾਈਟਲ ਰੀਸੈਂਟਲੀ। ਤਾਂ ਏਸ਼ੀਅਨ ਬਿਲੀਅਰਡਸ ਦਾ ਜਿਹੜਾ ਟਾਈਟਲ ਜਿੱਤਿਆ 2023 ਦਾ, ਇਹ ਸਵਾਲ ਤੁਹਾਡੇ ਲਈ ਇਹ ਬਣ ਜਾਂਦਾ। ਤਾਂ ਬਹੁਤ ਇੰਪੋਰਟੈਂਟ ਹੈ। ਤਾਂ ਉਹ ਕਿਹਨੇ ਜਿੱਤਿਆ? ਤਾਂ ਉਹਨਾਂ ਦਾ ਨਾਮ ਹੈ ਪੰਕਜ ਅਡਵਾਨੀ। ਠੀਕ ਹੈ ਜੀ, ਪੰਕਜ ਅਡਵਾਨੀ ਨੇ ਮਤਲਬ ਜਿਹੜਾ ਏਸ਼ੀਅਨ ਬਿਲੀਅਰਡਸ ਦਾ ਟਾਈਟਲ ਜਿੱਤਿਆ 2023 ਦਾ ਰੀਸੈਂਟਲੀ। ਠੀਕ ਹੈ ਜੀ, ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਬਿਕੇਮ ਦੀ ਫਾਸਟੈਸਟ ਇੰਡੀਅਨ ਟੂ ਸਵਿਮ ਅਕਰੋਸ ਪਾਕ ਸਟ੍ਰੇਟਸ। ਠੀਕ ਹੈ ਜੀ, ਇਹਨੂੰ ਤੁਸੀਂ ਸਹੀ ਕਰ ਲਿਓ, ਪਾਕ ਸਟ੍ਰੇਟ ਕਰ ਲਿਓ। ਠੀਕ ਹੈ ਜੀ, ਤਾਂ PALK ਪਾਕ ਸਟ੍ਰੇਟ। ਤਾਂ ਜਿਹੜਾ ਉਹ ਕਿਹੜਾ ਇੰਡੀਅਨ ਹੈ ਜਿਹੜਾ ਬਹੁਤ ਮਤਲਬ ਫਾਸਟ ਸਵਿਮ ਕਰਦਾ, ਜਿਹਨੇ ਮਤਲਬ ਪਾਰ ਕੀਤਾ, ਆਪਾਂ ਕਹਿ ਸਕਦੇ ਹਾਂ ਕਿ ਬਹੁਤ ਫਾਸਟ ਸਵਿਮ ਕੀਤਾ ਤਾਂ ਅਕਰੋਸ ਪਾਕ ਸਟ੍ਰੇਟ। ਤਾਂ ਉਹਨਾਂ ਦਾ ਨਾਮ, ਉਹ ਖਿਡਾਰੀ ਦਾ ਨਾਮ ਤੁਹਾਨੂੰ ਪੁੱਛਿਆ ਜਾ ਸਕਦਾ। ਠੀਕ ਹੈ ਜੀ, ਤਾਂ ਸੰਪੰਨਾ ਰਮੇਸ਼ ਸ਼ਾਲੇਰ। ਠੀਕ ਹੈ, ਬਸ ਇਹਨਾਂ ਦਾ ਨਾਮ ਤੁਸੀਂ ਯਾਦ ਰੱਖਿਓ, ਇੰਨਾ ਹੀ ਇਨਫ ਹੈ ਤੁਹਾਡੇ ਲਈ। ਤਾਂ ਸੰਪੰਨਾ ਰਮੇਸ਼ ਸ਼ਾਲੇਰ ਇਹਨਾਂ ਦਾ ਨਾਮ ਹੈ, ਜਿਨ੍ਹਾਂ ਨੇ ਪਾਕ ਸਟ੍ਰੇਟ ਦੇ ਉੱਤੇ ਬਹੁਤ ਫਾਸਟ ਸਵਿਮ ਕੀਤਾ ਅਤੇ ਇੰਡੀਆ ਦੇ ਨੇ। ਠੀਕ ਹੈ ਜੀ, ਤਾਂ ਸੰਪੰਨਾ ਰਮੇਸ਼ ਸ਼ਾਲੇਰ। ਤਾਂ ਬਹੁਤ ਇੰਪੋਰਟੈਂਟ ਫੈਕਟ ਇਹ ਤੁਹਾਡੇ ਲਈ ਬਣ ਜਾਂਦਾ, ਤੁਹਾਨੂੰ ਪੁੱਛਿਆ ਜਾ ਸਕਦਾ। ਠੀਕ ਹੈ ਜੀ, ਤੈਨੂੰ ਪੂਰੇ ਧਿਆਨ ਨਾਲ ਤੁਸੀਂ ਕਰਨਾ। ਤਾਂ ਜਿੰਨੇ ਵੀ ਆਪਣੇ ਪ੍ਰੀਵੀਅਸ ਸੈਸ਼ਨ ਨੇ ਕਰੰਟ ਅਫੇਅਰਸ ਦੇ, ਉਹ ਤੁਸੀਂ ਜ਼ਰੂਰ ਲਗਾ ਕੇ ਆਇਓ, ਕਿਉਂਕਿ ਜਿੰਨੇ ਵੀ ਇੰਪੋਰਟੈਂਟ ਫੈਕਟ ਨੇ 2023 ਦੇ ਅਤੇ ਪ੍ਰੀਵੀਅਸ 6 ਮੰਥ ਦੇ, ਉਹ ਸਾਰੇ ਆਪਾਂ ਉਹਦੇ ਵਿੱਚ ਅਟੈਂਪਟ ਕੀਤੇ ਹੋਏ ਨੇ। ਤਾਂ ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ, ਤੁਹਾਨੂੰ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਬਹੁਤ ਫਾਇਦਾ ਦੇਣਗੇ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਫੈਕਟ ਹੈ, PM ਮੋਦੀ ਇਨੋਗ੍ਰੇਟਡ ਗਲੋਬਲ ਮਿਲਟਸ ਕਾਨਫਰੰਸ। ਤਾਂ ਗਲੋਬਲ ਮਿਲਟਸ ਕਾਨਫਰੰਸ ਇੱਕ PM ਮੋਦੀ ਦੁਆਰਾ ਇਨੋਗ੍ਰੇਟ ਕੀਤੀ ਗਈ ਹੈ। ਤਾਂ ਉਹ ਤੁਹਾਨੂੰ ਜਗ੍ਹਾ ਪੁੱਛ ਸਕਦੇ ਨੇ। ਤਾਂ ਉਹ ਜਿਹੜੀ ਕਾਨਫਰੰਸ ਹੋਈ ਹੈ ਉਹ ਹੋਈ ਹੈ ਨਵੀਂ ਦਿੱਲੀ ਦੇ ਵਿੱਚ। ਠੀਕ ਹੈ ਜੀ, ਤਾਂ ਗਲੋਬਲ ਮਿਲਟਸ ਜਿਹੜੀ ਕਾਨਫਰੰਸ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਦੇ ਦੁਆਰਾ ਇਨੋਗ੍ਰੇਟ ਕੀਤੀ ਗਈ ਹੈ, ਤਾਂ ਉਹ ਹੋਈ ਹੈ ਨਵੀਂ ਦਿੱਲੀ ਦੇ ਵਿੱਚ, ਨਿਊ ਦਿੱਲੀ ਦੇ ਵਿੱਚ। ਠੀਕ ਹੈ ਜੀ, ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਐਰਿਕ ਗੈਰਕੈਟੀ ਅਪੁਆਇੰਟਡ ਐਜ਼ US ਐਂਬੈਸਡਰ ਟੂ ਵਿਚ ਕੰਟਰੀ। ਤਾਂ USA ਦੇ ਐਂਬੈਸਡਰ ਚੁਣੇ ਗਏ ਨੇ
ਤਾਂ ਕਿਹੜੀ ਕੰਟਰੀ ਦੇ ਲਈ ਚੁਣੇ ਗਏ ਨੇ ਐਰਿਕ ਗੈਰਕੈਟੀ, ਤਾਂ ਇਹ ਚੁਣੇ ਗਏ ਨੇ ਇੰਡੀਆ ਦੇ ਲਈ, US ਵੱਲੋਂ ਚੁਣੇ ਗਏ ਨੇ ਇੰਡੀਆ ਦੇ ਲਈ ਤਾਂ ਐਰਿਕ ਗੈਰਕੈਟੀ। ਠੀਕ ਹੈ ਜੀ, ਤਾਂ ਹੋ ਸਕਦਾ ਮੇਰੀ ਪ੍ਰੋਨਾਂਸੀਏਸ਼ਨ ਗਲਤ ਹੋਵੇ, ਤੁਸੀਂ ਇਹਨੂੰ ਸਹੀ ਕਰ ਲੈਣਾ, ਐਰਿਕ ਗੈਰਕੈਟੀ। ਤਾਂ ਇਹਨਾਂ ਦਾ ਨਾਮ ਯਾਦ ਰੱਖਿਓ, ਬਸ ਆਪਸ਼ਨ ਦੇ ਵਿੱਚ ਜਦੋਂ ਤੁਹਾਨੂੰ ਇਹ ਦਿਖੂਗਾ ਤਾਂ ਆਰਾਮ ਨਾਲ ਤੁਸੀਂ ਇਹਨੂੰ ਟਿਕ ਲਗਾ ਸਕਦੇ ਹੋ। ਤਾਂ ਇਹ ਤੁਹਾਨੂੰ ਪੁੱਛਿਆ ਜੀ US ਅੰਬੈਸਡਰ ਚੁਣੇ ਗਏ ਨੇ ਇਹ, ਤਾਂ ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਹੈਜ਼ ਬੀਨ ਰੀ ਇਲੈਕਟਡ ਐਜ਼ ਦੀ ਪ੍ਰੈਜ਼ੀਡੈਂਟ ਆਫ ਫੀਫਾ। ਫੀਫਾ ਮਤਲਬ ਆਪਾਂ ਜਾਣਦੇ ਹਾਂ ਕਿ ਫੁੱਟਬਾਲ ਦੇ ਨਾਲ ਸੰਬੰਧਿਤ ਜਿਹੜੀ ਫੈਡਰੇਸ਼ਨ ਹੈ। ਠੀਕ ਹੈ ਜੀ, ਤਾਂ ਫੀਫਾ ਦਾ ਜਿਹੜਾ ਰੀ ਇਲੈਕਟ ਯਾਨੀ ਕਿ ਦੁਬਾਰਾ ਤੋਂ ਫਿਰ ਚੁਣਿਆ ਗਿਆ, ਪਹਿਲਾਂ ਵੀ ਇਹੀ ਪ੍ਰੈਜ਼ੀਡੈਂਟ ਸੀ, ਦੁਬਾਰਾ ਫਿਰ ਇਹ ਚੁਣੇ ਗਏ ਨੇ। ਤਾਂ ਇਹਨਾਂ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤਾਂ ਇਹਨਾਂ ਦਾ ਨਾਮ ਹੈ ਗਿਆਨੀ ਇਨਫੈਂਟਿਨੋ। ਗਿਆਨੀ ਇਨਫੈਂਟਿਨੋ ਇਹਨਾਂ ਦਾ ਨਾਮ ਹੈ। ਤਾਂ ਇਹ ਦੁਬਾਰਾ ਤੋਂ ਫਿਰ ਪ੍ਰੈਜ਼ੀਡੈਂਟ ਚੁਣੇ ਗਏ ਨੇ ਫੀਫਾ ਦੇ, ਪਹਿਲਾਂ ਵੀ ਇਹੀ ਸੀ ਅਤੇ ਦੁਬਾਰਾ ਤੋਂ ਫਿਰ ਇਹਨਾਂ ਨੂੰ ਚੁਣਿਆ ਗਿਆ, ਗਿਆਨੀ ਇਨਫੈਂਟਿਨੋ। ਠੀਕ ਹੈ ਜੀ, ਫੀਫਾ ਦੇ। ਤਾਂ ਬਹੁਤ ਇੰਪੋਰਟੈਂਟ ਫੈਕਟ ਨੇ ਇਹ ਸਾਰੇ, ਤੁਸੀਂ ਯਾਦ ਰੱਖਿਓ। ਜਿੰਨੇ ਵੀ ਇੰਪੋਰਟੈਂਟ ਆਪਾਂ ਪੂਰੇ ਐਨਾਲਿਸਿਸ ਦੇ ਨਾਲ ਤੁਹਾਡੇ ਅੱਗੇ ਰੱਖਦੇ ਹਾਂ, ਜਿੰਨੇ ਵੀ ਕਰੰਟ ਅਫੇਅਰਸ ਨੇ। ਠੀਕ ਹੈ ਜੀ, ਜਿਨ੍ਹਾਂ ਦੇ ਮਤਲਬ ਪੂਰੇ ਚਾਂਸ ਨੇ ਤੁਹਾਡੇ ਪੇਪਰਾਂ ਦੇ ਵਿੱਚ ਆਉਣ ਦੇ। ਤਾਂ ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ, ਵਧੀਆ ਤਰੀਕੇ ਨਾਲ ਆਪਣੇ ਸੈਸ਼ਨ ਨੂੰ ਅਟੈਂਡ ਕਰੋ ਅਤੇ ਨਾਲ ਦੀ ਨਾਲ ਆਪਣੇ ਨੋਟਸ ਜ਼ਰੂਰ ਬਣਾਓ, ਕਿਉਂਕਿ ਨੋਟਸ ਜੇ ਤੁਸੀਂ ਬਣਾਓਗੇ ਤੁਹਾਡਾ ਪੇਪਰ ਹੈ ਜਿਹੜਾ ਉਹ ਈਜ਼ੀਲੀ ਕਰੈਕ ਹੋ ਜਾਣਾ। ਕਿਉਂਕਿ ਜਦੋਂ ਤੁਸੀਂ ਨੋਟਸ ਬਣਾਉਣੇ ਹੋ ਤਾਂ ਜਿਹੜੇ ਅੱਧੇ ਕੁਐਸਚਨ ਆ ਉਹ ਤਾਂ ਤੁਹਾਡੇ ਨੋਟਸ ਬਣਾਉਂਦੇ ਯਾਦ ਹੋ ਜਾਂਦੇ ਨੇ। ਠੀਕ ਹੈ ਜੀ, ਅਤੇ ਫਿਰ ਤੁਸੀਂ ਉਹਨਾਂ ਨੂੰ ਦੁਬਾਰਾ ਰਿਵਾਈਜ਼ ਜ਼ਰੂਰ ਕਰੋ। ਰਿਵੀਜ਼ਨ ਇੱਕ ਬਹੁਤ ਮਤਲਬ ਇੰਪੋਰਟੈਂਟ ਫੰਡਾ ਹੈ ਕਿਸੇ ਵੀ ਪੇਪਰ ਨੂੰ ਕਰੈਕ ਕਰਨ ਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਵੈਨ ਇਜ਼ ਦੀ ਵਰਲਡ ਮੈਟਰੋਲੋਜੀਕਲ ਡੇ। ਮੈਟਰੋਲੋਜੀਕਲ ਡੇ ਦਾ ਕੀ ਮਤਲਬ ਹੁੰਦਾ, ਮੌਸਮ ਵਿਗਿਆਨ ਦਿਵਸ। ਠੀਕ ਹੈ ਜੀ, ਜਿਹੜਾ ਆਪਾਂ ਨੂੰ ਆਪਣੇ ਮੌਸਮ ਦੇ ਨਾਲ ਰਿਲੇਟਡ ਹੈ, ਮੌਸਮ ਵਿਗਿਆਨ ਦਿਵਸ ਮੈਟਰੋਲੋਜੀਕਲ ਡੇ। ਤਾਂ ਕਦੋਂ ਮਨਾਇਆ ਜਾਂਦਾ ਉਹ, ਤਾਂ ਹਰ ਸਾਲ 23 ਮਾਰਚ ਨੂੰ ਇਨੋਗਰੇਟ ਕੀਤਾ ਜਾਂਦਾ, ਸੈਲੀਬ੍ਰੇਟ ਕੀਤਾ ਜਾਂਦਾ। ਤਾਂ 23 ਮਾਰਚ ਨੂੰ ਮੈਟਰੋਲੋਜੀਕਲ ਡੇ ਆਪਾਂ ਮਨਾਉਂਦੇ ਹਾਂ, ਮੌਸਮ ਵਿਗਿਆਨ ਦਿਵਸ ਆਪਾਂ ਮਨਾਉਂਦੇ ਹਾਂ। ਤਾਂ 2023 ਦੇ ਵਿੱਚ ਵੀ ਇਹ ਮਨਾਇਆ ਗਿਆ। ਤਾਂ ਇਹਦਾ ਥੀਮ ਤੁਹਾਨੂੰ ਪੁੱਛਣਗੇ, ਕਿਉਂਕਿ ਥੀਮ ਬਹੁਤ ਪੁੱਛਿਆ ਜਾਂਦਾ। 99% ਚਾਂਸ ਹੈ ਜਿਹੜੇ ਉਹ ਥੀਮ ਪੁੱਛਣ ਦੇ ਬਣ ਜਾਂਦੇ ਆ। ਆਪਾਂ ਦੇਖਦੇ ਹਾਂ ਕਿ ਥੀਮ ਬਹੁਤ ਪੁੱਛੇ ਜਾਂਦੇ ਨੇ। ਤਾਂ ਇਹਦਾ ਮੈਟਰੋਲੋਜੀਕਲ ਡੇ ਕਿਉਂਕਿ ਮੌਸਮ ਵਿਗਿਆਨ ਦੇ ਨਾਲ ਸੰਬੰਧਿਤ ਹੈ। ਤਾਂ ਅੱਜ ਆਪਾਂ ਦੇਖਦੇ ਹਾਂ ਕਿ ਅੱਜ ਜਿਹੜੇ ਹਾਲਾਤ ਬਣੇ ਹੋਏ ਨੇ, ਮੌਸਮ ਦਾ ਬਹੁਤ ਬੁਰਾ ਹਾਲ ਹੈ, ਆਪਣੀ ਕਲਾਈਮੇਟ ਦਾ ਬਹੁਤ ਬੁਰਾ ਹਾਲ ਹੈ, ਤਾਂ ਕਰਕੇ ਇੱਥੋਂ ਕੁਐਸਚਨ ਤੁਹਾਨੂੰ ਬਣ ਸਕਦਾ। ਤਾਂ 23 ਮਾਰਚ ਨੂੰ ਇਹ ਮਨਾਇਆ ਜਾਂਦਾ। ਤਾਂ ਇਹਦਾ ਥੀਮ ਹੈ ਜਿਹੜਾ ਉਹਦਾ ਫਿਊਚਰ ਆਫ ਵੈਦਰ, ਕਲਾਈਮੇਟ ਐਂਡ ਵਾਟਰ ਅਕਰੋਸ ਜਨਰੇਸ਼ਨ। ਤਾਂ ਜਿਹੜਾ ਆਪਣਾ ਫਿਊਚਰ ਆਉਣ ਵਾਲਾ ਉਹਦੇ ਮਤਲਬ ਜਿਹੜਾ ਵੈਦਰ ਹੈ ਉਹ 'ਤੇ ਧਿਆਨ ਦਿੱਤਾ ਜਾਊਗਾ, ਜਲਵਾਯੂ ਅਤੇ ਕਲਾਈਮੇਟ 'ਤੇ ਧਿਆਨ ਦਿੱਤਾ ਜਾਊ ਅਤੇ ਵਾਟਰ 'ਤੇ। ਠੀਕ ਹੈ ਜੀ, ਤਾਂ ਜਿਹੜੀਆਂ ਆਪਣੀ ਆਉਣ ਵਾਲੀ ਜਨਰੇਸ਼ਨਸ ਨੇ। ਤਾਂ ਇਹਦਾ ਥੀਮ ਹੈ 2023 ਦਾ, ਤਾਂ ਵਰਲਡ ਮੈਟਰੋਲੋਜੀਕਲ ਡੇ ਦਾ। ਤਾਂ 23 ਮਾਰਚ ਨੂੰ ਇਹ ਹਰ ਸਾਲ ਮਨਾਇਆ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਯੋਸਾਂਗ ਫੈਸਟੀਵਲ। ਤਾਂ ਇਹ ਮਣੀਪੁਰ ਦੇ ਵਿੱਚ ਮਨਾਇਆ ਜਾਂਦਾ। ਠੀਕ ਹੈ ਜੀ, ਤਾਂ ਮਣੀਪੁਰ ਦੇ ਵਿੱਚ ਇਹ ਜਿਹੜਾ ਫੈਸਟੀਵਲ ਹੈ ਸੈਲੀਬ੍ਰੇਟ ਕੀਤਾ ਜਾਂਦਾ। ਠੀਕ ਹੈ ਜੀ, ਤਾਂ ਜਦੋਂ ਸਪਰਿੰਗ ਆਉਂਦੀ ਹੈ ਜਾਂ ਇਹਨਾਂ ਦਾ ਇਹ ਰਿਲੀਜੀਅਸ ਫੈਸਟੀਵਲ ਵੀ ਆਪਾਂ ਮਤਲਬ ਕਲਚਰਲ ਫੈਸਟੀਵਲ ਵੀ ਇਹਨੂੰ ਆਪਾਂ ਮੰਨ ਸਕਦੇ ਹਾਂ, ਬਹੁਤ ਖੁਸ਼ੀ ਮਨਾਈ ਜਾਂਦੀ ਹੈ ਲੋਕਾਂ ਦੇ ਵਿੱਚ। ਤਾਂ ਮਣੀਪੁਰ ਦੇ ਵਿੱਚ ਇਹ ਜਿਹੜਾ ਫੈਸਟੀਵਲ ਹੈ ਉਹ ਮਨਾਇਆ ਜਾਂਦਾ। ਤਾਂ ਜਿਹੜਾ ਯੋਸਾਂਗ ਫੈਸਟੀਵਲ ਹੈ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਕਿਉਂਕਿ ਰੀਸੈਂਟਲੀ ਇਹ ਨਿਊਜ਼ ਦੇ ਵਿੱਚ ਸੀ, ਤਾਂ ਕਰਕੇ ਤੁਹਾਨੂੰ ਪੁੱਛਿਆ ਜਾ ਸਕਦਾ। 2023 ਦਾ ਸਵਾਲ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, 23rd ਕਾਮਨਵੈਲਥ ਲਾ ਕਾਨਫਰੰਸ ਹੈਲਡ ਇਨ ਵਿਚ ਸਟੇਟ। ਤਾਂ 23ਵੀਂ ਜਿਹੜੀ ਕਾਮਨਵੈਲਥ ਲਾ ਕਾਨਫਰੰਸ ਹੈ ਇਹ ਕਿੱਥੇ ਹੈਲਡ ਕੀਤੀ ਗਈ, ਤਾਂ ਇਹ ਕੀਤੀ ਗਈ ਗੋਆ ਦੇ ਵਿੱਚ। ਇਹ ਸਵਾਲ ਆ ਜਿਹੜਾ ਆਪਣਾ ਇਹ ਰਿਪੀਟ ਹੋ ਗਿਆ, ਪਹਿਲਾਂ ਵੀ ਇਹ ਮੈਂ ਤੁਹਾਨੂੰ ਕਰਵਾਇਆ ਹੋਇਆ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ, ਤਾਂ ਕਰਕੇ ਇਹ ਰਿਪੀਟ ਹੋਇਆ ਕਿਉਂਕਿ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ ਜੀ, ਤਾਂ 23rd ਕਾਮਨਵੈਲਥ ਲਾ ਕਾਨਫਰੰਸ ਤੁਹਾਨੂੰ ਪੁੱਛਿਆ ਜਾ ਸਕਦਾ ਕਿੱਥੇ ਹੈਲਡ ਕੀਤੀ ਗਈ ਹੈ, ਤਾਂ ਇਹ ਕੀਤੀ ਗਈ ਹੈ ਗੋਆ ਦੇ ਵਿੱਚ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਹੈਜ਼ ਬੀਨ ਅਪੋਇੰਟਡ ਐਜ਼ CEO ਆਫ YouTube। ਤਾਂ YouTube ਦੇ ਨਵੇਂ ਜਿਹੜੇ CEO ਰੀਸੈਂਟਲੀ ਅਪੋਇੰਟ ਕੀਤੇ ਗਏ ਨੇ ਉਹਨਾਂ ਦਾ ਨਾਮ ਤੁਹਾਨੂੰ ਪੁੱਛਿਆ ਜਾ ਸਕਦਾ। YouTube ਇੱਕ ਬਹੁਤ ਫੇਮਸ ਸੰਸਥਾ ਆਪਾਂ ਜਾਣਦੇ ਹਾਂ। ਠੀਕ ਹੈ ਜੀ, ਤਾਂ ਕਰਕੇ ਇਹਦੇ ਬਾਰੇ ਕੁਐਸਚਨ ਤੁਹਾਨੂੰ ਆ ਸਕਦਾ। ਤਾਂ ਇਹਨਾਂ ਦਾ ਨਾਮ ਹੈ ਨੀਲ ਮੋਹਨ। ਠੀਕ ਹੈ ਜੀ, ਨੀਲ ਮੋਹਨ ਮਤਲਬ ਚੀਫ ਐਗਜ਼ੈਕਟਿਵ ਆਫਿਸਰ ਇਹਨਾਂ ਦੇ ਚੁਣੇ ਗਏ ਨੇ, CEO ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਨੀਲ ਮੋਹਨ ਹੈ ਉਹਨਾਂ ਦਾ ਨਾਮ, ਇਹ ਤੁਹਾਨੂੰ ਪੁੱਛਿਆ ਜਾ ਸਕਦਾ। ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਇਹ ਬਣ ਜਾਂਦਾ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਫਿਲਮ ਵਨ ਦੀ ਬੈਸਟ ਫਿਲਮ ਅਵਾਰਡ ਐਟ ਬਾਫਤਾ ਅਵਾਰਡ ਆਫ 2023। ਤਾਂ 2023 ਦਾ ਜਿਹੜਾ ਬਾਫਤਾ ਅਵਾਰਡ ਆ ਉਹ ਕਿਹੜੀ ਫਿਲਮ ਨੂੰ ਦਿੱਤਾ ਗਿਆ, ਤਾਂ ਇਹਦਾ ਨਾਮ ਹੈ ਆਲ ਕੁਆਇਟ ਔਨ ਦੀ ਵੈਸਟਰਨ। ਠੀਕ ਹੈ ਜੀ, ਆਲ ਕੁਆਇਟ ਔਨ ਦੀ ਵੈਸਟਰਨ। ਤਾਂ ਇਹ ਮੂਵੀ ਨੂੰ ਜਿਹੜਾ ਅਵਾਰਡ ਇਹ ਮਿਲਿਆ ਬਾਫਤਾ ਅਵਾਰਡ 2023 ਦਾ। ਠੀਕ ਹੈ ਜੀ, ਤਾਂ ਇਸ ਤੋਂ ਪਹਿਲਾਂ ਆਪਾਂ ਔਸਕਰ ਅਵਾਰਡ ਵੀ ਕਰਕੇ ਆਏ ਹਾਂ। ਔਸਕਰ ਅਵਾਰਡ ਇੱਕ ਬਹੁਤ ਫੇਮਸ ਅਵਾਰਡ ਹੈ ਜਿਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਔਸਕਰ ਦੇ ਨਾਲ ਜਿੰਨੇ ਵੀ ਰਿਲੇਟਡ ਨੇ, ਬੈਸਟ ਫਿਲਮ ਹੋਵੇ, ਬੈਸਟ ਐਕਟਰ ਹੋਵੇ, ਬੈਸਟ ਐਕਟਰੈਸ ਹੋਵੇ, ਬੈਸਟ ਸਾਊਥ ਇੰਡੀਅਨ ਹੋਵੇ, ਠੀਕ ਹੈ ਜੀ, ਬੈਸਟ ਸੌਂਗ ਹੋਵੇ,
ਤਾਂ ਉਹ ਜਿੰਨੇ ਵੀ ਫੈਕਟ ਨੇ ਉਹ ਆਪਾਂ ਸਾਰੇ ਆਪਾਂ ਕਲੀਅਰ ਕਰਕੇ ਆਏ ਹਾਂ, ਜਿੰਨੇ ਵੀ ਆਪਣੇ ਪ੍ਰੀਵੀਅਸ ਸੈਸ਼ਨ ਹੋਏ ਨੇ ਕਰੰਟ ਅਫੇਅਰਸ ਦੇ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਆਪਣਾ ਸੈਸ਼ਨ ਤੁਸੀਂ ਇੱਕ ਵੀ ਮਿਸ ਨਾ ਕਰਿਓ, ਕਿਉਂਕਿ ਕੋਈ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈਗਾ। ਸਾਰੇ ਜਿਹੜੇ ਫੈਕਟ ਆਪਾਂ ਇਹਦੇ ਵਿੱਚ ਲੈ ਕੇ ਆਉਂਦੇ ਆ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਤਾਂ ਕਿਸੇ ਵੀ ਫੈਕਟ ਨੂੰ ਮਿਸ ਨਾ ਕਰਿਓ। ਜੇ ਔਸਕਰ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਪਿਛਲੇ ਸੈਸ਼ਨ ਸਾਰੇ ਅਟੈਂਡ ਕਰਕੇ ਆਓ, ਉਹਨਾਂ ਦੇ ਵਿੱਚ ਆਪਾਂ ਔਸਕਰ ਬਾਰੇ ਪੂਰੀ ਡਿਟੇਲ ਦੇ ਵਿੱਚ ਕਵਰ ਕੀਤਾ। ਠੀਕ ਹੈ ਜੀ, ਤਾਂ ਇਹ ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਬਣ ਜਾਂਦਾ। ਬਾਫਤਾ ਅਵਾਰਡ ਆਲ ਕੁਆਇਟ ਔਨ ਵੈਸਟਰਨ, ਇਹ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਫੈਕਟ ਹੈ, ਗਵਰਨਮੈਂਟ ਐਕਸਟੈਂਡਡ PM ਕੁਸੁਮ। PM ਕੁਸੁਮ ਦੀ ਤੁਹਾਨੂੰ ਪਹਿਲਾਂ ਤਾਂ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ, ਕਿਉਂਕਿ ਇਹ ਸਕੀਮਸ ਬਹੁਤ ਲਾਂਚ ਹੁੰਦੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੁਆਰਾ। ਤਾਂ PM ਕਿਸਾਨ ਊਰਜਾ ਸੁਰੱਖਿਆ ਏਵਮ ਉਥਾਨ ਮਹਾਅਭਿਆਨ ਸਕੀਮ। ਠੀਕ ਹੈ ਜੀ, ਤਾਂ ਇਹ ਇਹਨਾਂ ਨੇ ਕਦੋਂ ਤੱਕ ਲਾਂਚ ਕਰਨੀ ਹੈ? ਇਹ ਤਾਂ ਮਾਰਚ 2026 ਦੇ ਵਿੱਚ ਇਹ ਸਕੀਮ ਹੈ ਜਿਹੜੀ ਉਹ ਲਾਂਚ ਹੋ ਜੂਗੀ। PM ਕੁਸੁਮ ਮਾਰਚ 2026 ਦੇ ਵਿੱਚ, ਅੱਗੇ ਹਜੇ ਹੋਣੀ ਹੈ। ਠੀਕ ਹੈ ਜੀ, ਤਾਂ ਫਿਊਚਰ ਦੇ ਵਿੱਚ। ਤਾਂ ਇਹ PM ਕਿਸਾਨ ਊਰਜਾ ਸੁਰੱਖਿਆ ਏਵਮ ਉਥਾਨ ਮਹਾਅਭਿਆਨ ਸਕੀਮ ਹੈ। ਠੀਕ ਹੈ ਜੀ, ਇਹਦਾ ਨਾਮ ਤੁਸੀਂ ਯਾਦ ਰੱਖਿਓ, PM ਕੁਸੁਮ ਇਹਨੂੰ ਆਪਾਂ ਮਤਲਬ ਸ਼ਾਰਟ ਫਾਰਮ ਦੇ ਵਿੱਚ ਕਹਿ ਦਿੰਦੇ ਹਾਂ। ਤਾਂ ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਫੈਕਟ ਇਹ ਤੁਹਾਡੇ ਲਈ ਬਣ ਜਾਂਦਾ। ਇਹ ਇਹੋ ਜਿਹੀਆਂ ਸਕੀਮਸ ਆ ਜਿਹੜੀਆਂ ਪੁੱਛੀਆਂ ਜਾਂਦੀਆਂ ਨੇ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਪਲੈਨਟ ਨਾਓ ਹੈਜ਼ ਦੀ ਮੋਸਟ ਮੂਨਜ਼ ਇਨ ਦੀ ਸੋਲਰ ਸਿਸਟਮ। ਮੂਨਜ਼ ਮਤਲਬ ਸੈਟੇਲਾਈਟ। ਠੀਕ ਹੈ, ਅਤੇ ਉਹਨੇ ਆਪਣੇ ਯੂਪੀਟਰ ਦੀਆਂ। ਯੂਪੀਟਰ ਆਪਣਾ ਬਹੁਤ ਵੱਡਾ ਗ੍ਰਹਿ ਹੈ, ਸਭ ਤੋਂ ਵੱਡਾ ਗ੍ਰਹਿ ਹੈ ਆਪਣਾ। ਠੀਕ ਹੈ, ਜਿਹਨੂੰ ਬ੍ਰਹਿਸਪਤੀ ਆਪਾਂ ਕਹਿੰਦੇ ਹਾਂ। ਤਾਂ ਇਹਦੀ ਸਭ ਤੋਂ ਵੱਡੀ ਸੈਟੇਲਾਈਟ ਦਾ ਨਾਮ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਪੁੱਛਿਆ ਜਾ ਸਕਦਾ। ਤਾਂ ਇਹਦਾ ਨਾਮ ਹੈਗਾ ਗੈਨੀਮੇਡ। ਗੈਨੀਮੇਡ ਇਹਦਾ ਨਾਮ ਹੈ। ਇਹਦੀ ਜਿਹੜੀ ਸੈਟੇਲਾਈਟ ਹੈ ਜੂਪੀਟਰ ਦੀ ਸਭ ਤੋਂ ਵੱਡੀ ਸੈਟੇਲਾਈਟ ਹੈ। ਇੱਕ ਚੀਜ਼ ਹੋਰ, ਇਹ ਪੂਰੇ ਸੋਲਰ ਸਿਸਟਮ ਦੀ ਸਭ ਤੋਂ ਵੱਡੀ ਸੈਟੇਲਾਈਟ ਹੈ ਗੈਨੀਮੇਡ। ਇਹਨੂੰ ਇਕੱਠਾ ਪਾਇਓ ਤੁਸੀਂ। ਠੀਕ ਹੈ ਜੀ, ਤਾਂ ਗੈਨੀਮੇਡ ਪੂਰੇ ਸੋਲਰ ਸਿਸਟਮ ਦੀ ਜਿਹੜੀ ਸਭ ਤੋਂ ਵੱਡੀ ਸੈਟੇਲਾਈਟ, ਅਤੇ ਜੂਪੀਟਰ ਦੀ ਵੀ ਸਭ ਤੋਂ ਵੱਡੀ ਸੈਟੇਲਾਈਟ ਹੈ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਿਓ ਕਿ ਸੈਟੇਲਾਈਟ ਕਿਹਦੀ ਹੈ? ਇਹ ਤਾਂ ਇਹ ਯੂਪੀਟਰ ਦੀ ਹੈ। ਤਾਂ ਬਹੁਤ ਇੰਪੋਰਟੈਂਟ ਫੈਕਟ ਹੈ ਤੁਹਾਡੇ ਲਈ। ਤਾਂ ਜੂਪੀਟਰ ਇਹਦਾ ਆਨਸਰ ਆਊਗਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਫੈਕਟ ਹੈ, ਹੂ ਹੈਜ਼ ਬੀਨ ਅਪੋਇੰਟਡ ਐਜ਼ ਦੀ ਗਵਰਨਰ ਆਫ ਸਿੱਕਿਮ। ਤਾਂ ਸਿੱਕਿਮ ਦੇ ਗਵਰਨਰ ਰੀਸੈਂਟਲੀ ਕਿਹੜੇ ਚੁਣੇ ਗਏ ਨੇ? ਤਾਂ ਉਹਨਾਂ ਦਾ ਨਾਮ ਹੈ ਲਕਸ਼ਮਣ ਪ੍ਰਸਾਦ ਆਚਾਰੀਆ। ਇਹਨਾਂ ਦਾ ਨਾਮ ਯਾਦ ਰੱਖਿਓ, ਪੁੱਛਿਆ ਜਾਊਗਾ ਪੇਪਰਾਂ ਦੇ ਵਿੱਚ, ਲਕਸ਼ਮਣ ਪ੍ਰਸਾਦ ਆਚਾਰੀਆ। ਠੀਕ ਹੈ ਜੀ, ਤਾਂ ਇਹ ਜਿਹੜੇ ਆਪਣੇ 15 ਫੈਕਟ ਸੀ ਉਹ ਆਪਾਂ ਕਲੀਅਰ ਕਰ ਲਏ ਨੇ ਪੂਰੀ ਡਿਟੇਲ ਦੇ ਵਿੱਚ। ਠੀਕ ਹੈ ਜੀ, ਇਹਨਾਂ ਨੂੰ ਤੁਸੀਂ ਨੋਟ ਜ਼ਰੂਰ ਕਰ ਲਿਓ, ਆਪਣੇ ਨੋਟਸ ਖੁਦ ਬਣਾਓ। ਠੀਕ ਹੈ ਜੀ, ਅਤੇ ਆਪਣੇ ਸੈਸ਼ਨ ਆ ਜਿਹੜੇ ਉਹ ਲਗਾਤਾਰ ਆਉਂਦੇ ਰਹਿਣਗੇ। ਤਾਂ ਜੇਕਰ ਤੁਹਾਨੂੰ ਵੀਡੀਓ ਚੰਗੇ ਲੱਗਦੇ ਨੇ ਉਹਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ, ਅਤੇ ਅੱਗੇ ਤੁਹਾਨੂੰ ਮਤਲਬ ਕਿਹੋ ਜਿਹਾ ਕੰਟੈਂਟ ਹੈ ਜਿਹੜਾ ਉਹ ਚਾਹੀਦਾ, ਜਾਂ ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ, ਤਾਂ ਉਹ ਆਪਾਂ ਤੁਹਾਡੇ ਲਈ ਪ੍ਰੋਵਾਈਡ ਕਰਵਾਵਾਂਗੇ। ਤਾਂ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗਦੀ ਉਹਨੂੰ ਲਾਈਕ ਜ਼ਰੂਰ ਕਰਿਓ। ਠੀਕ ਹੈ ਜੀ, ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।